स्वागत। मैं हरजिंदर सिंह रंधावा, तुम देख रहे हो पंजाब टैलीविजन और मेरे नाल ने डॉक्टर SP सिंह साबका वाइस चांसलर गुरु नानक देव यूनिवर्सिटी और डॉक्टर ज्ञान सिंह उगे अर्थशास्त्री। डॉक्टर ज्ञान सिंह अजकल अमेरिका दे विच है, इन्हां नूं असीं सवेरे सवेरे तकलीफ दी है। स्वागत है जी डॉक्टर साहब, जी आया। शुक्रिया जी। डॉक्टर SP सिंह वाल मैं जाना चाहूँगा। डॉक्टर साहब, पंजाब एक वड्डे संकट च फस गया, एक वड्डा अंदोलन उसारन तो बाद इस वेले इंज लगता है कि गवर्नमेंट नाल जिहड़ा टकराਅ दी स्थिति है, गलबात टुट चुकी है, दोने तरह अड़ियां पईयां ने। इत्थों हुण पंजाब नूं की मिलदा है, कित्थे क असीं खड़े आ, नुकसान किन्ना कुछ होऊगा ते फायदा किन्ना कुछ होण वाला? देखो जी, हमेशा किसी भी मूवमेंट का जोड़ा रिजल्ट जोड़े ने या सकारात्मक होंगे ने या नकारात्मक होंगे ने जी। वड्डियां लहरां जिहड़ियां ने जिस वेले उहदे नतीजे जोड़े ने नकारात्मक होंगे ने उदों उदासी भी आउंदी है ते उस वेले जिहड़ी है गुस्सा भी जोड़ा रोह भी जोड़ा पैदा होंदा है, जोड़ा लंबे समय तक समाज नूं उस समाजिक स्थिति नूं, उसकी आर्थिक स्थिति नूं, उसकी राजनीतिक स्थिति नूं धुंधला कर ਇਹ ਸਥਿਤੀਆਂ ਅਸੀਂ ਜਿਹੜੀਆਂ ਨੇ ਉਹ ਲੰਬੇ ਸਮੇਂ ਦੇ ਵਿੱਚ ਜਿਹੜੀਆਂ ਨੇ ਦੇਖੀਆਂ ਨੇ, ਭਾਵੇਂ ਉਹ 47 ਦੀ ਗੱਲ ਹੋਵੇ, ਭਾਵੇਂ ਪੰਜਾਬੀ ਸੂਬਾ ਮੋਰਚਾ ਦੀ ਗੱਲ ਹੋਵੇ, ਭਾਵੇਂ ਉਹ ਖਾੜਕੂ ਲਹਿਰ ਦਾ ਇੱਕ ਸਿਖਰ ਹੋਵੇ, ਲੇਕਿਨ ਤੇ ਅੱਜ ਜਿਹੜੀ ਆ ਇਹ ਕਿਸਾਨੀ ਲਹਿਰ ਜੀ ਇਸ ਗੱਲ ਤੱਕ ਨਹੀਂ ਕਿ ਇਹ ਕਿਸਾਨੀ ਲਹਿਰ ਨੇ ਇੱਕ ਨਵਾਂ ਜੋਸ਼, ਇੱਕ ਨਵੀਂ ਸੋਚ, ਇੱਕ ਨਵਾਂ ਜਿਹੜਾ ਆਧਾਰ ਜਿਹੜਾ ਹੈ ਉਹ ਮੇਰਾ ਨੌਜਵਾਨੀ 'ਚ ਵੀ ਨਹੀਂ ਸਧਾਰਨ ਜਨਤਾ ਦੇ ਵਿੱਚ ਵੀ ਪੈਦਾ ਕੀਤਾ ਹੈ ਕਿ ਕਿਵੇਂ ਉਹ ਹੱਕ ਔਰ ਸੱਚ ਦੀ ਲੜਾਈ ਲੜਨ ਵਾਸਤੇ ਜਿਹੜਾ ਹੈ ਸਾਰੇ ਜਥੇਬੰਦ ਜਿਹੜੇ ਨੇ ਉਹ ਹੋ ਸਕਦੇ ਨੇ ਔਰ ਜਥੇਬੰਦ ਹੋ ਕੇ ਲੜਨ ਦੀ ਔਰ ਸ਼ਾਂਤਮਈ ਢੰਗ ਨਾਲ ਲੜਨ ਦੀ ਜਿਹੜੀ ਉਦਾਹਰਨ ਐਸਟੈਬਲਿਸ਼ ਕੀਤੀ ਹੈ, ਇਹ ਸ਼ਾਇਦ ਦੁਨੀਆ ਦੇ ਇਤਿਹਾਸ ਵਿੱਚ ਵੀ ਜਿਹੜੀ ਹੈ ਉਹ ਬਹੁਤ ਘੱਟ ਲੱਗੇਗੀ, ਜਿਹਦੇ 'ਚ ਇਹ ਕਿਸਾਨੀ ਲੀਡਰਸ਼ਿਪ ਨੇ ਬੜੇ ਸੋਚ ਸਮਝ, ਤਹੰਮਲ ਔਰ ਇੱਕ ਸਿਸਟਮੈਟਿਕ ਢੰਗ ਨਾਲ ਇਸ ਲਹਿਰ ਨੂੰ ਉਸਾਰਿਆ। ਛੋਟੀ ਲਹਿਰ ਜਿਹੜੀ ਹੈ, ਜਿਹੜੀ ਜ਼ਿਲ੍ਹਾ ਪੱਧਰਾਂ ਤੋਂ ਸ਼ੁਰੂ ਹੁੰਦੀ ਵੱਖ-ਵੱਖ ਜਥੇਬੰਦੀਆਂ ਨੇ ਉਸ ਨੂੰ ਜਿਹੜਾ ਉਹ ਕੀਤਾ, ਉਹ ਇੱਕ ਕੰਸੋਲੀਡੇਟਡ ਪੰਜਾਬ ਤੱਕ ਨਹੀਂ, ਅੱਜ ਭਾਰਤ ਵਿੱਚ ਤੱਕ ਵੀ ਜਿਹੜੀ ਆ ਉਸ ਦਾ ਪ੍ਰਭਾਵ ਔਰ ਉਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਵੀ ਇਸ ਦਾ ਪ੍ਰਭਾਵ ਦੇਖਿਆ ਜਾ ਸਕਦਾ। ਜੇ ਤੁਸੀਂ ਸਿਖਰ ਦੇਖੋ ਤੇ ਇਸ ਵੇਲੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ, ਅਮਰੀਕਾ ਦੇ ਜਿਹੜੇ ਨੇ ਇਲੈਕਟ ਜਿਹੜੇ ਨੇ ਰਾਸ਼ਟਰਪਤੀ ਔਰ ਉਪ ਰਾਸ਼ਟਰਪਤੀ, UK ਦਾ ਜਿਹੜਾ ਪ੍ਰਾਈਮ ਮਿਨਿਸਟਰ, ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ, ਹੋਰ ਸਾਰੇ ਜਿਹੜੇ ਦੇਸ਼ ਨੇ ਉਹ ਸਾਰਿਆਂ ਦਾ ਜਿਹੜਾ ਹੈ ਉਹ ਸਮਰਥਨ ਜਿਹੜਾ ਹੈ ਇਸ ਲਹਿਰ ਨੂੰ ਮਿਲ ਰਿਹਾ ਹੈ ਔਰ ਸ਼ਾਇਦ ਅਜਿਹਾ ਸਮਰਥਨ ਹਿੰਦੁਸਤਾਨ ਦੀ ਹਿਸਟਰੀ 'ਚ ਕਿਸੇ ਵੀ ਲਹਿਰ ਨੂੰ ਨਾ ਮਿਲੇ। ਜੇ ਅਸੀਂ ਇਤਿਹਾਸਕ ਤੌਰ 'ਤੇ ਦੇਖੀਏ, ਭਾਰਤੀ ਤੌਰ ਦੇ ਉੱਤੇ, ਤੇ ਜੈ ਪ੍ਰਕਾਸ਼ ਨਾਰਾਇਣ ਨੇ ਜਿਹੜੀ ਸੀ ਉਹ ਲਹਿਰ ਚਲਾਈ ਸੀ, ਉਹ ਵੀ ਬਹੁਤ ਵੱਡੀ ਲਹਿਰ ਬਣੀ ਸੀ, ਲੇਕਿਨ ਉਸ ਲਹਿਰ ਦਾ ਵੀ ਪ੍ਰਭਾਵ ਜਿਹੜਾ ਹੈ ਉਹ ਭਾਰਤ ਤੱਕ ਹੀ ਸੀਮਤ ਹੋਇਆ ਸੀ। ਉਸ ਤੋਂ ਬਾਅਦ ਅੰਨਾ ਹਜ਼ਾਰੇ ਨੇ ਜਿਹੜੀ ਲਹਿਰ ਬਣਾਈ ਸੀ, ਉਹ ਅੰਨਾ ਹਜ਼ਾਰੇ ਦਾ ਪ੍ਰਭਾਵ ਜਿਹੜਾ ਹੈ ਮੂਲ ਤੌਰ ਦੇ ਉੱਤੇ ਜਿਹੜਾ ਹੈ ਉਹ ਦਿੱਲੀ ਤੇ ਦਿੱਲੀ ਦੇ ਆਲੇ ਦੁਆਲੇ ਰਿਹਾ, ਭਾਵੇਂ ਉਸ ਦੇ ਲੰਬੇ ਪ੍ਰਭਾਵ ਜਿਹੜੇ ਨੇ ਸਮੁੱਚੀ ਰਾਜਨੀਤੀ ਦੇ ਉੱਤੇ ਪਏ। ਇਹ ਇੱਕ ਲਹਿਰ ਹੈ ਜਿਸ ਲਹਿਰ ਦੇ ਨਾਲ ਸਧਾਰਨ ਤੌਰ ਦੇ ਉੱਤੇ ਹਰ ਨਾਗਰਿਕ ਦੇ ਉੱਤੇ ਜਿਹੜਾ ਪ੍ਰਭਾਵ ਹੈ ਔਰ ਉਹ ਇਸ ਗੱਲ ਦੇ ਉੱਤੇ ਵੱਖ-ਵੱਖ ਕਾਰਨਾਂ ਕਰਕੇ ਇਸ ਕਿਸਾਨੀ ਸੰਘਰਸ਼ ਦਾ ਜਿਹੜਾ ਉਹ ਸਮਰਥਕ ਵੀ ਬਣਿਆ, ਭਾਵੇਂ ਉਹ ਪੰਜਾਬ ਦਾ ਤੇ ਭਾਵੇਂ ਪੰਜਾਬ ਤੋਂ ਬਾਹਰ ਦਾ। ਜੇ ਹਰਿਆਣੇ ਦੀ ਗੱਲ ਕਰੀਏ ਤੇ ਹਰਿਆਣੇ ਵਾਲੇ ਹੁਣ ਨਾਲ ਜਿਹੜੇ ਨੇ ਪੂਰੇ ਜੋਸ਼ ਨਾਲ, ਰਾਜਸਥਾਨ ਵਾਲੇ ਆ ਗਏ ਨੇ, ਵੈਸਟਰਨ ਯੂਪੀ ਵਾਲੇ ਆ ਗਏ ਨੇ, ਗੁਜਰਾਤ, ਮਹਾਰਾਸ਼ਟਰ ਉੱਥੋਂ ਵੀ ਜਿਹੜੇ ਨੇ ਉਹ ਆ ਗਏ ਨੇ। ਤੋ ਇਹ ਲਹਿਰ ਜਿਹੜੀ ਹੈ ਇਸ ਵੇਲੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ, ਜੇ ਅਸੀਂ ਕਹੀਏ 47 ਤੋਂ ਬਾਅਦ ਦੇ ਇਤਿਹਾਸ ਵਿੱਚ, ਇਸ ਇੱਕ ਸਭ ਤੋਂ ਵੱਡੀ ਔਰ ਸਿਸਟਮੈਟਿਕ ਜਿਹੜੀ ਹੈ ਲਹਿਰ ਬਣੀ ਹੈ। ਔਰ ਗੱਲ ਜਿਹੜੀ ਹੈ ਜ਼ਰੂਰ ਅਸੀਂ ਜਿਹੜੀ ਹੈ ਸਮਝਦੇ ਹਾਂ ਕਿ ਹਮੇਸ਼ਾ ਹੀ ਉਹ ਲਹਿਰ ਜਿਹੜੀ ਬਣਦੀ ਹੈ ਉਸ ਦੇ ਵਿੱਚ ਉਹ ਸਿਆਣੀ ਲੀਡਰਸ਼ਿਪ ਜਿਹੜੀ ਹੈ ਉਹ ਚੰਗੇ ਔਰ ਸਾਰਥਕ ਨਤੀਜੇ ਜਿਹੜੇ ਨੇ ਪ੍ਰਾਪਤ ਕਰਦੀ ਹੈ। ਹੁਣ ਇਹ ਲਹਿਰ ਜਿਹੜੀ ਹੈ ਮੇਰੇ ਹਿਸਾਬ ਨਾਲ ਇਹ ਆਪਣੀ ਪੀਕ ਦੇ ਉੱਤੇ ਆ। ਇਹਦੇ ਵਿੱਚ ਕੇਂਦਰ ਨਾਲ ਜਿਹੜੀ ਗੱਲਬਾਤ ਹੋ ਰਹੀ ਸੀ, ਉਹ ਗੱਲਬਾਤ ਵੀ ਜਿਹੜੀ ਹੈ ਉਹ ਕੁਝ ਹੱਦ ਤੱਕ ਟੁੱਟ ਚੁੱਕੀ ਹੈ, ਵਕਤੀ ਤੌਰ ਤੇ ਟੁੱਟ ਗਈ ਹੈ। ਇੱਕ ਡੈਡਲੌਕ ਜਿਹੜਾ ਉਹ ਬਣ ਗਿਆ। ਇਹ ਡੈਡਲੌਕ ਜਿਹੜਾ ਹੈ ਇਸ ਦੇ ਵਿੱਚ ਜਿਹੜੀ ਸਟੇਟ ਹੈ ਉਹ ਆਪਣੀ ਜਿਹੜੀ ਹੈ ਉਹ ਸ਼ਕਤੀ ਵੀ ਜਿਹੜੀ ਹੈ ਉਹ ਦਿਖਾਉਂਦੀ ਹੈ ਔਰ ਸ਼ਕਤੀ ਜਿਹੜੀ ਹੈ ਸਾਜ਼ਿਸ਼ਾਂ ਵੀ ਹੁੰਦੀ ਹੈ। ਉਹ ਸ਼ਕਤੀ ਜਿਹੜੀ ਹੈ ਉਹ ਵੱਖ-ਵੱਖ ਜਥੇਬੰਦੀਆਂ ਨੂੰ ਆਪਸ ਵਿੱਚ ਤੋੜਨ ਦੀ ਵੀ ਹੁੰਦੀ ਹੈ, ਲੀਡਰਸ਼ਿਪ ਵਿੱਚ ਖਰੀਦੋ ਫਰੋਖਤ ਵਾਲੀ ਵੀ ਗੱਲ ਹੁੰਦੀ ਹੈ, ਜਾਂ ਲੀਡਰਸ਼ਿਪ ਦੇ ਵਿੱਚ ਜਿਹੜੀ ਹੈ ਉਹ ਵਾਧੂ ਭਰਮ ਜਿਹੜੇ ਨੇ ਪੈਦਾ ਕਰਕੇ ਹੁੰਦੀ ਹੈ ਔਰ ਉਸ ਦੇ ਵਿੱਚ ਜਦੋਂ ਫੇਲ ਹੁੰਦੀ ਹੈ ਤੇ ਫਿਰ ਹਮੇਸ਼ਾ ਸਟੇਟ ਜਿਹੜੀ ਹੈ ਉਹ ਆਪਣੀ ਸ਼ਕਤੀ ਦਿਖਾਉਂਦੀ ਹੈ। ਔਰ ਵਿਸ਼ੇਸ਼ ਤੌਰ ਦੇ ਉੱਤੇ ਜੇ ਅਸੀਂ ਮੋਦੀ ਗਵਰਨਮੈਂਟ ਦੀ ਗੱਲ ਕਰੀਏ ਤੇ ਜਿਸ ਥੰਪਿੰਗ ਮੈਜੋਰਟੀ ਨਾਲ ਇਹ ਇਸ ਵੇਲੇ ਪਾਰਲੀਮੈਂਟ 'ਚ ਬੈਠਾ ਔਰ ਜਿਵੇਂ ਸਾਰੇ ਜਿਹੜੇ ਨੇ ਉਹ ਸੁਪਰੀਮ ਕੋਰਟ ਵੀ ਔਰ ਉਸ ਤੋਂ ਬਾਅਦ ਜਿਹੜੀ ਹੈ ਮੀਡੀਆ ਵੀ, ਉਸ ਤੋਂ ਬਾਅਦ ਜਿਹੜੀ ਹੈ ਉਹ ਪਾਰਲੀਮੈਂਟ ਵੀ ਔਰ
ਇਲੈਕਸ਼ਨ ਕਮਿਸ਼ਨ ਵੀ ਹਰ ਜਿਹੜੀ ਬਾਡੀ ਆ ਉਹਦੇ ਤੇ ਉਹਨੇ ਆਪਣਾ ਪ੍ਰਭਾਵ ਤੇ RSS ਦਾ ਪ੍ਰਭਾਵ ਜਿਹੜਾ ਸਥਾਪਿਤ ਕੀਤਾ। ਉਸ 6 ਸਾਲਾਂ ਦੇ ਵਿੱਚ ਪਹਿਲੀ ਵਾਰੀ ਏਡਾ ਵੱਡਾ ਔਰ ਸਭ ਤੋਂ ਵੱਡਾ ਜਿਹੜਾ ਚੈਲੰਜ ਆਇਆ, ਔਰ ਉਹ ਚੈਲੰਜ ਉਹ ਆਇਆ ਜਿਹੜਾ ਸ਼ਾਇਦ ਭਾਰਤੀ ਇਤਿਹਾਸ ਵਿੱਚ ਘੱਟ ਹੋਇਆ ਜੀ। ਸੋ ਇਹ ਦੋ ਜਿਹੜੀਆਂ ਨੇ ਉਸ ਦੀ ਹਉਮੈ ਔਰ ਉਸ ਹਉਮੈ ਦੇ ਵਿੱਚ ਅਜੇ ਤੱਕ ਹਰ ਇੱਕ ਨੂੰ ਕੁਚਲਣ ਤੇ ਦਬਣ ਦਾ ਜਿਹੜਾ ਆਧਾਰ ਸੀ ਉਹਨੂੰ ਇੱਕ ਵਾਰੀ ਵੰਗਾ ਰਿਹਾ, ਔਰ ਵੰਗਾ ਰਿਹਾ ਵੀ ਜਿਹੜਾ ਪੂਰੇ ਸਥਿਰ ਢੰਗ ਦੇ ਨਾਲ ਔਰ ਪੂਰੇ ਹੌਸਲੇ ਦੇ ਨਾਲ ਔਰ ਸਿਸਟਮੈਟਿਕ ਢੰਗ ਨਾਲ। ਹੁਣ ਇਸ ਵੰਗਾਰ ਦੇ ਵਿੱਚ ਜਿਸ ਵੇਲੇ ਇਹ ਪਹਿਲੀ ਵਾਰੀ ਹੈ ਕਿ ਮੋਦੀ ਮੀਡੀਆ ਵੀ ਸਭ ਕੁਝ ਜਿਹੜਾ ਹੈ ਉਹ ਇੱਕ ਐਕਸੈਪਟ ਕਰ ਚੁੱਕਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਠੀਕ ਨੇ। ਹੁਣ ਸਭ ਜਿਹੜਾ ਫਰਕ ਰਹਿ ਗਿਆ ਹੈ ਕਿ ਇਸ ਨੂੰ ਜਿਹੜਾ ਹੈ ਉਹ ਇਹਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਏ, ਕਿ ਐਕਟ ਜਿਹੜਾ ਹੈ ਰੱਦ ਕਰਤੇ ਜਾਣ ਜੀ, ਰੱਦ ਕਰ ਸਰਕਾਰ ਜਿਹੜੀ ਆ ਉਹ ਚੁੱਪ ਹੋ ਜਾਏ, ਐਕਟ ਰੱਦ ਕਰਤੇ ਜਾਣ ਤੇ ਉਹਦੀ ਥਾਂ ਦੇ ਉੱਤੇ ਨਵੇਂ ਐਕਟ ਜਿਹੜੇ ਨੇ ਆਉਣ, ਜਾਂ ਜਿਹੜੀਆਂ ਨੇ ਉਹ ਮੰਗਾਂ ਜਿਹੜੀਆਂ ਨੇ ਅਮੈਂਡਮੈਂਟਸ ਵਿੱਚ ਆਉਣ। ਔਰ ਕਿਸਾਨ ਜਥੇਬੰਦੀਆਂ ਨੇ ਅਮੈਂਡਮੈਂਟਸ ਵਾਲੀ ਗੱਲ ਜਿਹੜੀ ਹੈ ਉਹ ਇਸ ਵੇਲੇ ਤੱਕ ਰਿਜੈਕਟ ਕਰਤੀ ਹੈ, ਔਰ ਹੱਦ ਤੱਕ ਜਿਹੜੀ ਲਹਿਰ ਬਣੀ ਹੈ ਉਹਦੇ ਵਿੱਚ ਰਿਜੈਕਟ ਕਰਨੀਆਂ ਜਿਹੜੀਆਂ ਨੇ ਉਹ ਜਾਇਜ਼ ਨੇ। ਪਰ ਕਦੀ ਵੀ ਕਿਸੇ ਲਹਿਰ ਦੇ ਵਿੱਚ ਵੀ 100% ਗੱਲ ਜਿਹੜੀ ਹੈ ਉਹ ਨਹੀਂ ਮੰਨੀ ਜਾਂਦੀ। ਲੀਡਰਸ਼ਿਪ ਨੂੰ ਸੋਚਣਾ ਪਵੇਗਾ ਕਿ ਜੇ ਕੁਝ ਪਰਸੈਂਟ ਸਾਨੂੰ ਉਹਨਾਂ ਦੀ ਵੀ ਸੋ ਕਾਲ ਜਿਹੜੀ ਈਗੋ ਹੈ ਉਹਨੂੰ ਹਉਮੈ ਨੂੰ ਪੱਠੇ ਪਾਉਣ ਵਾਸਤੇ ਵੀ, ਲੇਕਿਨ ਆਪਣੇ ਨਤੀਜੇ ਜਿਹੜੇ ਨੇ ਠੀਕ ਲੈਣ ਲਈ ਕੁਝ ਕਰਨਾ ਪਵੇ ਤੇ ਉਹ ਰਸਤਾ ਵੀ ਜਿਹੜਾ ਉਹ ਲੱਭਣਾ ਪਏਗਾ। ਇਵੇਂ ਹੀ ਜਿਹੜੀ ਸਰਕਾਰ ਨੂੰ ਸੋਚਣਾ ਪਏਗਾ ਕਿ ਜਿਹੜੀ ਇਹ ਲਹਿਰ ਦਾ ਉਭਾਰ ਹੈ, ਜੇ ਇਸ ਲਹਿਰ ਦੇ ਉਭਾਰ ਨੇ ਆਪਣੇ ਪ੍ਰਭਾਵ ਦਿਖਾਏ ਤੇ ਇਹ ਜੈ ਪ੍ਰਕਾਸ਼ ਨਾਰਾਇਣ ਦੀ ਲਹਿਰ ਤੋਂ ਵੀ ਪ੍ਰਭਾਵਸ਼ਾਲੀ ਲਹਿਰ ਜਿਹੜੀ ਹੈ ਉਹ ਬਣ ਸਕਦੀ ਹੈ। ਇਸ ਕਰਕੇ ਉਹਨਾਂ ਨੂੰ ਵੀ ਆਪਣੀ ਹਉਮੈ ਤੇ ਹੱਟ ਦੀ ਨੀਤੀ ਜਿਹੜੀ ਹੈ ਛੱਡਣੀ ਚਾਹੀਦੀ ਹੈ। ਪਰ ਮੈਨੂੰ ਇੰਝ ਲੱਗਦਾ ਕਿ ਜੇਕਰ ਇਹਦਾ ਕੋਈ ਰਸਤਾ ਲੱਭਿਆ ਜਾਏ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੇਕਰ ਸਰਕਾਰ ਜਿਹੜੀ ਹੈ ਇਹਨੂੰ ਡੈਫਰ ਕਰ ਦੇਵੇ ਤਿੰਨਾਂ ਐਕਟ ਨੂੰ, ਔਰ ਡੈਫਰ ਕਰਨ ਤੋਂ ਬਾਅਦ ਇਹ ਗੱਲ ਹੋਏ ਕਿ ਇਹਨੂੰ ਦੁਬਾਰਾ ਡਰਾਫਟ ਕੀਤਾ ਜਾਏ ਨਾ ਐਕਟ ਨੂੰ, ਔਰ ਉਹ ਉਹਨਾਂ ਦੀ ਸਹਿਮਤੀ ਦੇ ਨਾਲ ਫਿਰ ਪਾਰਲੀਮੈਂਟ 'ਚ ਪਾਸ ਕੀਤੇ ਜਾਣ, ਇਹ ਰਸਤਾ ਜਿਹੜਾ ਉਹ ਲੱਭਿਆ ਜਾ ਸਕਦਾ। ਔਰ ਜਿੰਨੀਆਂ ਵੀ ਗੱਲਾਂ ਕਿਸਾਨਾਂ ਦੀਆਂ ਨੇ ਉਹ ਉਹਦੇ ਵਿੱਚ ਜਿਹੜੀਆਂ ਨੇ ਉਹ ਪਾਈਆਂ ਜਾਣ, ਔਰ ਉਹ ਗੱਲ ਜਿਹੜੀ ਹੈ ਪੂਰੀ ਤਰ੍ਹਾਂ ਪ੍ਰਵਾਨ ਹੋ ਜਾਏ ਤੇ ਇਹ ਕਿਸਾਨਾਂ ਦੀ ਬੜੀ ਵੱਡੀ ਜਿਹੜੀ ਹੈ ਜਿੱਤ ਹੋਏਗੀ। ਡਾਕਟਰ ਸਾਹਿਬ ਸਾਡੇ ਕੋਲ ਡਾਕਟਰ ਗਿਆਨ ਸਿੰਘ ਨੇ ਨਾ, ਉਹਨਾਂ ਕੋਲ ਇਹ ਟੈਕਨੀਕਲਿਟੀਜ਼ ਜਿਹੜੀਆਂ ਨੇ ਬਹੁਤ ਨੇ, ਉਹਨਾਂ ਨੂੰ ਪਤਾ ਸ਼ੁਰੂ ਤੋਂ ਜੁੜੇ ਹੋਏ। ਡਾਕਟਰ ਸਾਹਿਬ ਸੁਣ ਰਹੇ ਤੁਸੀਂ ਮੈਨੂੰ? ਹਾਂਜੀ ਆ ਰਹੀ ਆਵਾਜ਼ ਤੁਹਾਡੀ। ਹਾਂ ਡਾਕਟਰ ਸਾਹਿਬ ਹੁਣ ਜਿਸ ਸਟੇਜ ਤੇ ਜਾ ਕੇ ਆਪਾਂ ਖੜ ਗਏ ਆ, ਤੁਸੀਂ ਮੇਰੇ ਨਾਲ ਬਹੁਤ ਸ਼ੁਰੂ ਤੋਂ ਇਸ ਗੱਲ ਦੇ ਧਾਰਨੀ ਸੀਗੇ। ਤੁਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਬਿੱਲਾਂ 'ਚ ਗਲਤ ਸੀ, ਜਿਹੜੀਆਂ ਕਿਸਾਨਾਂ ਨੇ ਸ਼ੁਰੂਆਤੀ ਮੰਗਾਂ ਰੱਖੀਆਂ, ਔਰ ਉਹ ਸਾਰੀਆਂ ਤੇ ਲਗਭਗ ਗਵਰਨਮੈਂਟ ਨੇ ਕੰਮ ਕੀਤਾ। ਚਲੋ ਜੇ ਮੈਂ ਤੁਹਾਨੂੰ ਹੀ ਪੁੱਛ ਲਵਾਂ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੱਥੇ ਪਹੁੰਚ ਗਏ ਤੇ ਜੋ ਸਰਕਾਰ ਦੇ ਪ੍ਰਸਤਾਵ ਨੇ ਇਹਨਾਂ ਨਾਲ ਆਪਣਾ ਢਿੱਡ ਭਰਦਾ ਹੈ, ਹੁਣ ਕਿਸਾਨੀ ਦਾ ਜਿਹੜਾ ਅਗਲਾ ਸਟੈਂਡ ਆ ਇਹ ਤੁਹਾਨੂੰ ਲੱਗਦਾ ਠੀਕ ਆ? ਇਹਨੂੰ ਜੇ ਟੈਕਨੀਕਲੀ ਔਰ ਜੇ ਤੁਹਾਡੇ ਵਰਗੇ ਖੇਤੀ ਮਾਹਿਰ ਤੋਂ ਸੁਣਨਾ ਹੋਵੇ, ਸੱਚ ਕੀ ਹੈ? ਇਹ ਰੰਧਾਵਾ ਜੀ, ਪਹਿਲੀ ਗੱਲ ਤਾਂ ਡਾਕਟਰ SP ਸਿੰਘ ਉਹਨਾਂ ਨੇ ਜਿਹੜਾ ਇਸ ਲਹਿਰ ਬਾਰੇ ਕਿਹਾ ਇਹ ਹੈ ਕਿ ਇਹ ਲਹਿਰ ਆਪਣੇ ਆਪ 'ਚ ਕਿਸਾਨਾਂ ਦੇ ਸੰਘਰਸ਼ਾਂ ਵਿੱਚ ਦੁਨੀਆ ਵਿੱਚ ਵਿਲੱਖਣ ਹੈ। ਦੁਨੀਆ ਦੇ ਕਿਸੇ ਵੀ ਇਹ ਖਿੱਤੇ ਵਿੱਚ ਇਸ ਤਰ੍ਹਾਂ ਦਾ ਸੰਘਰਸ਼ ਨਹੀਂ ਹੋਇਆ। ਇਹ ਡਾਕਟਰ ਸਾਹਿਬ ਨੇ ਵੱਖ-ਵੱਖ ਦੇਸ਼ਾਂ ਦੀ ਗੱਲ ਕੀਤੀ, ਉਸ ਤੋਂ ਬਾਅਦ ਯੂਨਾਈਟਿਡ ਨੇਸ਼ਨਜ਼ ਨੇ ਵੀ ਇਹ ਕਹਿਤਾ ਕਿ ਲੋਕਾਂ ਦਾ ਇਹ ਹੱਕ ਹੈ, ਇਹਨੂੰ ਮਤਲਬ ਚੱਲਣ ਦੇਣਾ ਚਾਹੀਦਾ ਹੈਗਾ। ਤੇ ਗੱਲ ਹੁਣ ਜਿਹੜੀ ਟੈਕਨੀਕਲ ਹੈਗੀ, ਜਿੱਥੋਂ ਤੱਕ ਤਿੰਨੇ ਕਾਨੂੰਨਾਂ ਦਾ ਜਾਂ ਆਉਣ ਵਾਲੇ ਇੱਕ ਜਿਹੜਾ ਹੈਗਾ ਆਰਡੀਨੈਂਸ ਤੇ ਇੱਕ ਬਿੱਲ ਦਾ ਗੱਲ ਹੈਗੀ, ਉਹਨਾਂ ਬਾਰੇ ਜੇ ਇਕੱਲੇ ਨੂੰ ਆਪਾਂ ਪਹਿਲਾਂ ਵੀ ਇਹ ਗੱਲ ਕਰਦੇ ਹਾਂ ਦੇਖੀਏ ਤੇ ਜਿਹੜੀਆਂ ਸੋਧਾਂ ਕਰਕੇ ਕਿਸੇ ਵੀ ਤਰੀਕੇ ਨਾਲ ਗੱਲ ਬਣ ਨਹੀਂ ਸਕਦੀ। ਜਿਹੜੇ ਕਾਨੂੰਨ ਹੁੰਦੇ ਆ ਲੋਕਾਂ ਲਈ ਹੁੰਦੇ ਆ, ਲੋਕ ਕਾਨੂੰਨ ਲਈ ਨਹੀਂ ਹੁੰਦੇ ਹੈਗੇ। ਮਾਰਗਰੇਟ ਥੈਚਰ ਇੰਗਲੈਂਡ ਦੀ ਉਹ ਪ੍ਰਧਾਨ ਮੰਤਰੀ ਸੀ ਜਿਹਨੂੰ ਮਤਲਬ ਬਹੁਤ ਸਖਤ ਮੰਨਿਆ ਜਾਂਦਾ ਸੀ। ਉਹਨੇ ਵੀ ਇੱਕ ਕਾਨੂੰਨ ਬਣਾਇਆ ਸੀ ਜਿਹਨੂੰ ਪੋਲ ਟੈਕਸ ਕਹਿੰਦੇ ਆ, ਵੀ ਜਿਹੜਾ ਵੋਟਰ ਹੋਊਗਾ ਟੈਕਸ ਦਊਗਾ। ਜਦੋਂ ਵਿਰੋਧ ਵਧਿਆ ਉਹਦਾ ਤਾਂ ਇੰਗਲੈਂਡ 'ਚ ਮਾਰਗਰੇਟ ਥੈਚਰ ਨੂੰ ਵੀ ਉਹ ਕਾਨੂੰਨ ਮਤਲਬ ਵਾਪਸ ਲੈਣਾ, ਰਿਪੀਲ ਕਰਨਾ ਪਿਆ ਸੀ। ਅੱਜ ਜਿਹੜੀ ਗੱਲ ਹੈ ਇਹ ਇੱਥੇ ਖੜੀ ਹੈ ਕਿ ਇਹਨਾਂ ਨੂੰ ਰਿਪੀਲ ਕੀਤਾ ਜਾਵੇ। ਪਰ ਗੱਲ ਤਾਂ ਜਿਹੜੀ ਕਿਸਾਨ ਜਥੇਬੰਦੀਆਂ ਚੱਲ ਰਹੀ ਹੈ ਜਾਂ ਲੋਕਾਂ ਚੱਲ ਰਹੀ ਹੈ, ਜਿਸ ਤਰ੍ਹਾਂ ਦੀ ਗੱਲ ਹੈ ਕਿ ਹੁਣ ਤੱਕ ਦੀਆਂ ਪ੍ਰਾਪਤੀਆਂ ਇਹ ਦੱਸਦੀਆਂ ਨੇ ਕਿ ਇਹਨੇ ਇਸ ਲਹਿਰ ਨੇ ਲਤਾੜਿਆਂ ਹੋਇਆਂ 'ਚ, ਇਹ ਧੱਕਿਆਂ ਹੋਇਆਂ 'ਚ, ਦਰਕਾਰਿਆਂ ਹੋਇਆਂ 'ਚ ਉਹ ਜਾਨ ਪਾਈ ਹੈ ਜਿਹੜੀ ਸੰਘਰਸ਼ਾਂ 'ਚੋਂ ਨਿਕਲੂਗੀ, ਬਚਾਅ ਦੀ ਨੀਤੀ 'ਚੋਂ ਨਹੀਂ ਨਿਕਲਣੀ। ਜੇ ਅੱਜ ਜਿੰਨੀਆਂ ਕੁ ਉਹ ਸੋਧਾਂ ਕਹਿੰਦੇ ਨੇ ਉਹ ਕਰ ਵੀ ਲਿਆ ਜਾਵੇ
ਤਾਂ ਕੱਲ ਨੂੰ ਇਹਦੇ ਨਾਲ ਦੇਸ਼ ਦੀ ਅਨਾਜ ਸੁਰੱਖਿਆ ਤੇ ਵੱਡਾ ਖਤਰਾ ਖੜਾ ਹੋ ਸਕਦਾ ਹੈ। ਉਹ ਕਿਵੇਂ? ਮੰਨ ਲਓ ਸਾਰਾ ਕੁਝ ਜਿੰਨਾ ਮੰਨਦੇ ਨੇ, ਉਦੋਂ ਬਾਅਦ ਪ੍ਰਾਈਵੇਟ ਕੰਪਨੀਆਂ ਵੱਡੇ ਜ਼ਖੀਰੇ ਕਰਨ ਲੱਗ ਜਾਣ। ਜੇ ਵੱਡੇ ਜ਼ਖੀਰੇ ਕਰਨਗੀਆਂ ਤਾਂ ਫਿਰ ਫੂਡ ਸਿਕਿਉਰਿਟੀ ਕਿੱਥੇ ਹੋਊਗੀ? ਨਾਲੇ ਜਿਹੜਾ ਕੁਝ ਉਹ ਖਰੀਦਣਗੀਆਂ ਉਹਨਾਂ ਦਾ ਰਿਕਾਰਡ ਸਰਕਾਰ ਕੋਲ ਕਿੱਥੇ ਹੋਊਗਾ? ਸਰਕਾਰ ਉਹਨਾਂ ਦਾ ਖਰੀਦੇ ਹੋਏ ਨੂੰ ਕਿੱਥੋਂ ਪੂਰਾ ਕਰੂਗੀ? ਇਹ ਗੱਲ ਸਿਰਫ ਇਹਨਾਂ ਨੂੰ ਰਿਪੀਟ ਕਰਨ ਦੀ ਨਹੀਂ। ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਕਹਿੰਦੇ ਸੀ, ਉੱਥੇ ਮੇਰੀ ਇਹਨਾਂ ਨਾਲ ਸਹਿਮਤੀ ਹੈ ਕਿ ਮੁੜ ਕੇ ਡਰਾਫਟ ਕਰ ਲੈ ਜਾਣ। ਮੁੜ ਕੇ ਡਰਾਫਟ ਕਰਨ ਦੀ ਲੋੜ ਨਹੀਂ, ਸਗੋਂ ਨਵੇਂ ਕਾਨੂੰਨ ਲਿਆਉਣ ਦੀ ਲੋੜ ਹੈ ਕਿ ਖੇਤੀਬਾੜੀ ਤੇ ਨਿਰਭਰ 50% ਲੋਕਾਂ ਨੂੰ ਜਿਹੜਾ ਰਾਸ਼ਟਰੀ ਆਮਦਨ 'ਚ 16% ਦਿੰਦੇ ਆ, ਉਹਨੂੰ ਇੰਨਾ ਵਧਾਇਆ ਜਾਵੇ ਖੇਤੀ ਨੀਤੀਆਂ ਨਾਲ ਕਿ ਉਹ ਘੱਟੋ ਘੱਟ ਜ਼ਿੰਦਗੀ ਦੀਆਂ ਮੁੱਢਲੀਆਂ 7 ਲੋੜਾਂ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ਼ ਵਾਤਾਵਰਨ ਤੇ ਸਮਾਜਿਕ ਸੁਰੱਖਿਆ ਸਤਿਕਾਰਯੋਗ ਢੰਗ ਨਾਲ ਪੂਰੀਆਂ ਕਰ ਸਕਣ। ਸੋ ਇਹ ਤਾਂ ਰਿਪੀਲ ਕਰਨਾ ਬਣਦਾ ਹੀ ਬਣਦਾ ਹੈ। ਇਹ 'ਚ ਕੋਈ ਹੱਠ ਧਰਮੀ ਵਾਲੀ ਗੱਲ ਨਹੀਂ, ਇਹ ਤਾਂ ਜ਼ਰੂਰ ਬਣਦੀ ਜਿਸ ਤਰ੍ਹਾਂ ਚੱਲ ਰਹੀ ਹੈ। ਪਰ ਇਹਦੇ ਨਾਲ ਨਾਲ ਖੇਤੀ ਨੀਤੀਆਂ ਨੂੰ ਬਦਲਣ ਦੀ ਲੋੜ ਹੈ। ਜੇ ਸੰਘਰਸ਼ ਜਿਸ ਤਰ੍ਹਾਂ ਇਹ ਜਥੇਬੰਦੀਆਂ ਨੇ ਚਲਾਇਆ ਤੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ, ਤੇ ਉਹ ਲੋਕ ਜਿਸ ਤਰ੍ਹਾਂ ਨੌਜਵਾਨ, ਸਾਡੀਆਂ ਔਰਤਾਂ, ਮਾਵਾਂ, ਭੈਣਾਂ, ਧੀਆਂ ਸਾਡੀਆਂ ਤੇ ਹੋਰ ਵੱਖ-ਵੱਖ ਵਰਗ ਵਿੱਚ ਆ ਗਏ ਨੇ, ਇਹ ਸੰਘਰਸ਼ 'ਚੋਂ ਬਹੁਤ ਕੁਛ ਅੱਗੇ ਸਾਨੂੰ ਦਿਖਦਾ, ਜਿਹਦੇ ਨਾਲ ਸਾਡਾ ਸੰਘੀ ਢਾਂਚਾ ਵੀ ਥੋੜ੍ਹਾ ਬਹੁਤਾ ਮੁੜ ਕੇ ਜਾਨ ਪੈ ਸਕਦੀ ਹੈ। ਸਾਡਾ ਆਰਥਿਕ ਵਿਕਾਸ ਮਾਡਲ ਜਿਹੜਾ ਪ੍ਰੋ ਕਾਰਪੋਰੇਟ ਹੈ, ਉਹ ਜਿਹੜਾ ਹੈਗਾ ਪ੍ਰੋ ਪੀਪਲ ਨੇਚਰ ਫਰੈਂਡਲੀ ਹੋ ਸਕਦਾ ਹੈਗਾ। ਸੋ ਮੈਨੂੰ ਤਾਂ ਡਾਕਟਰ ਸਾਹਿਬ ਦੋ ਪਹਿਲੂ ਬੜੇ ਜ਼ਰੂਰੀ। ਮੈਂ ਡਾਕਟਰ ਸਾਹਿਬ ਆਉਣਾ ਤੁਹਾਡੇ ਵੱਲ। ਇੱਕ ਸਭ ਤੋਂ ਪਹਿਲਾ ਪਹਿਲੂ ਤੇ ਕਿ ਤੁਹਾਡੀ ਨਜ਼ਰ ਦੇ ਵਿੱਚ, ਕਿਉਂਕਿ ਸ਼ੁਰੂਆਤ ਦੇ ਵਿੱਚ ਤੁਸੀਂ ਮੈਨੂੰ ਦੱਸਿਆ ਸੀਗਾ ਕਿ ਜਦੋਂ ਤੁਸੀਂ ਕਿਸੇ ਨੂੰ ਪੈਨ ਕਾਰਡ ਤੇ ਖਰੀਦਣ ਦੀ ਆਗਿਆ ਦਿੰਦੇ ਹੋ, ਉੱਥੇ ਉਹਨਾਂ ਨੇ ਕਹਿਤਾ ਕਿ ਅਸੀਂ ਲਾਇਸੈਂਸ ਜ਼ਰੂਰੀ ਕਰ ਦਿਆਂਗੇ, ਪੈਨ ਕਾਰਡ ਤੇ ਨਹੀਂ ਹੋਊਗਾ, ਇਹਦੇ ਲਈ ਜ਼ਰੂਰ ਸਰਟੀਫਿਕੇਸ਼ਨ ਹੋਊਗੀ। ਫਿਰ ਉਸ ਤੋਂ ਇਲਾਵਾ MSP ਦੀ ਤੇ ਬਾਕੀ ਗੱਲਾਂ ਸਾਰੀਆਂ ਦੇ ਵਿੱਚ ਗੱਲ ਹੋਈ। ਤੁਹਾਨੂੰ ਲੱਗਦਾ ਕਿ ਹੁਣ ਇਹਦੇ 'ਚ ਅਮੈਂਡਮੈਂਟ ਦੀ ਗੁੰਜਾਇਸ਼ ਹੀ ਨਹੀਂ, ਮੁੜ ਕੇ ਇਹਨਾਂ ਨੂੰ ਰੱਦ ਕਰਕੇ ਨਵੇਂ ਸਿਰੋਂ ਕਿਸਾਨੀ ਹੱਕ 'ਚ ਬਣਾਉਣੇ ਚਾਹੀਦੇ? ਲੇਕਿਨ ਜੀ ਰੰਧਾਵਾ ਸਾਹਿਬ ਜੀ, ਗੱਲ ਇਹ ਹੈ ਕਿ ਜਿਹੜੀ ਗੱਲ ਆਪਣਾ ਡਾਕਟਰ ਗਿਆਨ ਸਿੰਘ ਨੇ ਕਹੀ ਹੈ, ਮੈਂ ਵੀ ਉਹੀ ਗੱਲ ਕਹਿ ਰਿਹਾ ਕਿ ਰਿਪੀਟ ਕਰਕੇ ਰੀਡਰਾਫਟ ਕੀਤਾ ਜਾਏ, ਕਿਉਂਕਿ ਜਿਹੜਾ ਪਹਿਲਾ ਐਕਟ ਹੈ ਉਹਦੀ ਭਾਵਨਾ ਜਿਹੜੀ ਹੈ ਉਹ ਪ੍ਰੋ ਕਾਰਪੋਰੇਟ, ਪ੍ਰੋ ਪ੍ਰਾਈਵੇਟ ਸੈਕਟਰ ਜੀ, ਔਰ ਉਹ ਲੌਂਗ ਰੇਂਜ ਦੇ ਵਿੱਚ ਫਾਰਮਰ ਦੇ ਹੱਕ 'ਚ ਨਹੀਂ ਜੀ। ਅਮੈਂਡਮੈਂਟ ਕਰ ਵੀ ਲਈਆਂ ਜਾਣ, ਲੇਕਿਨ ਉਹਦੀ ਜਿਹੜੀ ਹੈ ਐਕਟ ਦੀ ਭਾਵਨਾ ਜਿਹੜੀ ਹੈ ਉਸ ਦੇ ਵਿੱਚ ਜਿਹੜੀ ਹੈ ਉਹ ਪ੍ਰੋ ਫਾਰਮਰ ਜਿਹੜੀ ਹੈ ਉਹ ਕਈ ਪਾਸੋਂ ਜਿਹੜੀ ਹੈ ਪ੍ਰੋ ਕਾਰਪੋਰੇਟ ਕਈ ਪਾਸੇ ਤੋਂ ਦੀ ਜਿਹੜੀ ਹੈ ਪ੍ਰਭਾਵ ਹੁੰਦਾ। ਸੋ ਜਦੋਂ ਮੈਂ ਇਹ ਗੱਲ ਕਹਿਣਾ ਕਿ ਇਹਨੂੰ ਰਿਪੀਲ ਕਰਕੇ ਨਵਾਂ ਐਕਟ ਜਿਹੜਾ ਹੈ ਉਹ ਰੀਡਰਾਫਟ ਮੀਨ ਨਵਾਂ ਐਕਟ ਜਿਹੜਾ ਡਰਾਫਟ ਕੀਤਾ ਜਾਏ, ਉਹਦੇ ਵਿੱਚ ਜਿਹੜੀਆਂ ਗੱਲਾਂ ਗਿਆਨ ਸਿੰਘ ਨੇ ਕਹੀਆਂ ਨੇ ਕਿ ਜਿਹੜੀ ਭਾਵਨਾ ਜਿਹੜੀ ਹੈ ਉਹ ਪ੍ਰੋ ਫਾਰਮਰ ਬਣੇ, ਨਾ ਕਿ ਪ੍ਰੋ ਕਾਰਪੋਰੇਟ ਬਣੇ, ਔਰ ਉਹਦੀ ਲਾਈਨ ਦੇ ਉੱਤੇ ਇਹ ਅਮੈਂਡਮੈਂਟ ਹੋਰ ਗੱਲਾਂ ਵੀ ਜਿਹੜੀਆਂ ਨੇ ਉਹਦੇ ਵਿੱਚ ਜਿਹੜੀਆਂ ਨੇ ਸ਼ਾਮਲ ਕਰ ਲਈਆਂ ਨੇ। ਲੇਕਿਨ ਮੇਰਾ ਸਿਰਫ ਇੰਨੀ ਕੁ ਗੱਲ ਇਹ ਹੈ ਕਿ ਸਿਰਫ ਅਸੀਂ ਜੇਕਰ ਇਹ ਗੱਲ ਕਹੀਏ ਕਿ ਯੈਸ ਔਰ ਨੋ ਦੇ ਉੱਤੇ ਅਸੀਂ ਖੜੇ ਹੋ ਜਾਈਏ, ਉਹ ਆਪਣੇ ਆਪ ਵਿੱਚ ਕਿਸੇ ਵੀ ਐਜੂਕੇਸ਼ਨ ਦੇ ਵਿੱਚ ਚੰਗੇ ਨਤੀਜੇ ਕਈ ਵਾਰੀ ਨਹੀਂ ਦਿੰਦੀ, ਕਈ ਵਾਰੀ ਬਹੁਤ ਹੀ ਐਕਸਲੈਂਟ ਰਿਜ਼ਲਟ ਜਿਹੜੇ ਨਹੀਂ ਦਿੰਦੀ। ਨਹੀਂ, ਪਰ ਮੈਂ ਸਮਝਦਾ, ਮੈਂ ਡਾਕਟਰ ਸਾਹਿਬ ਮੈਂ ਦੋਨਾਂ ਵੱਲ ਇਹ ਸਵਾਲ ਕਰਦਾ ਕਿ ਕਿਉਂਕਿ ਇਤਿਹਾਸ ਵਿੱਚ ਸਾਡੀਆਂ ਬਹੁਤ ਜਗ੍ਹਾ ਤੇ ਐਸੇ ਮਾਹੌਲ ਦੇ ਵਿੱਚੋਂ ਨੁਕਸਾਨ ਹੋਏ। ਸਾਨੂੰ ਜੇ ਅਸੀਂ ਐਮਰਜੈਂਸੀ ਦੇ ਖਿਲਾਫ ਖਲੋਤੇ ਉਦੋਂ ਵੀ ਸ਼ਾਬਾਸ਼ ਬੜੀ ਮਿਲੀ ਜੀ, ਬੱਲੇ ਕਮਾਲ ਹੋ ਗਈ, ਪੰਜਾਬ ਨੇ ਦੇਸ਼ ਦੀ ਲੜਾਈ ਲੜੀ। ਲੇਕਿਨ ਜਦੋਂ 84 ਦੀ ਲੜਾਈ ਸਾਡੇ ਗਲ ਪੈ ਗਈ, ਦੇਸ਼ ਤਾਂ ਪਾਸੇ ਹੋ ਕੇ ਖਲੋ ਗਿਆ, ਅਸੀਂ ਆਈਸੋਲੇਟ ਹੋ ਗਏ, ਰਾਦਰ ਅਸੀਂ ਕਈ ਤਰ੍ਹਾਂ ਦੇ ਆਪਣੇ ਉੱਤੇ ਇਲਜ਼ਾਮ ਵੀ ਲਏ, ਹਾਲਾਂਕਿ ਨੁਕਸਾਨ ਵੀ ਵੱਧ ਹੋਏ। ਅੱਜ ਵੀ ਜੇਕਰ ਅਸੀਂ ਇੱਕ ਇੱਜ਼ਤਦਾਰ ਸਨਮਾਨਜਨਕ ਸਮਝੌਤੇ ਤੱਕ ਪਹੁੰਚ ਸਕਦੇ ਹਾਂ, ਮੈਂ ਤਾਂ ਹੀ ਡਾਕਟਰ ਗਿਆਨ ਸਿੰਘ ਜੀ ਨੂੰ ਪੁੱਛ ਰਿਹਾ ਸੀ ਕਿ ਕੀ ਕੋਈ ਸਾਡੇ ਕੋਲ ਤਰੀਕਾ ਨਹੀਂ ਹੈ ਕਿ ਇਹਦੇ ਵਿੱਚ ਹੋਰ ਅਮੈਂਡਮੈਂਟਸ ਹੋ ਸਕਣ, ਸਿਰਿਓਂ ਹੀ ਸਾਰੀਆਂ ਅਮੈਂਡਮੈਂਟਸ ਕਰ ਦੇਣ ਉਹ? ਕਿਉਂਕਿ ਗਵਰਨਮੈਂਟ ਨੂੰ ਤਾਂ ਸਭ ਤੋਂ ਵੱਡੀ ਮੁਸ਼ਕਿਲ ਇਹੀ ਆ ਰਹੀ ਹੈ ਨਾ ਕਿ ਉਹ ਹਰਨਾ ਨਹੀਂ ਚਾਹੁੰਦੇ ਕਿ ਕਿਸਾਨਾਂ ਨੇ ਕਿਹਾ ਸੀ ਵਾਪਸ ਲਓ, ਅਸੀਂ ਵਾਪਸ ਲੈ ਲਏ। ਉਹਨਾਂ ਦੀ ਧੌਣ ਦਾ ਕਿੱਲਾ ਵੀ ਰਹਿ ਜੇ ਤੇ ਸਾਡੀ ਧੌਣ ਵੀ ਖੜੀ ਰਹਿ ਜੇ। ਹਾਂਜੀ ਰੰਧਾਵਾ ਜੀ, ਗੱਲ ਇਹ ਹੈ ਕਿ ਜਿਹੜੇ ਕਾਨੂੰਨ ਇਹ ਕਿਸਾਨ ਵਿਰੋਧੀ ਨਹੀਂ, ਲੋਕ ਵਿਰੋਧੀ ਹੈ, ਖਪਤਕਾਰ ਵਿਰੋਧੀ ਹੈ, ਜਿਵੇਂ ਮੈਂ ਮਾਰਕੀਟ ਥੈਚਰ ਦੀ ਐਗਜ਼ਾਮਪਲ ਦਿੱਤੀ ਹੈ, ਜੇ ਉਹਨਾਂ ਨੂੰ ਵਾਪਸ ਲੈ ਲਿਆ ਜਾਵੇ, ਇਹ 'ਚ ਸਰਕਾਰ ਦੀ ਇੱਜ਼ਤ ਘਟਦੀ ਨਹੀਂ, ਸਰਕਾਰ ਦੀ ਇੱਜ਼ਤ ਵੱਧਦੀ ਹੈ। ਸਗੋਂ ਇਹਦੇ ਨਾਲ ਮੈਨੂੰ ਤਾਂ ਇਹ ਲੱਗਦਾ ਕਿ ਜੇ ਜਿਸ ਤਰ੍ਹਾਂ ਦਾ ਇਹ ਸਾਡਾ ਸੰਘਰਸ਼ ਹੋਣਾ, ਜੇ ਇਸ ਤਰ੍ਹਾਂ ਚੱਲਦਾ ਰਹੂਗਾ, ਸਾਡਾ ਕਾਰਪੋਰੇਟ ਇਕਨੋਮਿਕ ਮਾਡਲ ਤੋਂ ਖੜਾ ਛੁੱਟੂਗਾ, ਤਾਂ ਕਿ ਜਿਹੜੇ ਸਾਡੇ ਦੇਸ਼ ਵਿੱਚ ਆਰਥਿਕ ਸਮਾਨਤਾਵਾਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਨੇ, ਉਹ ਘਟਣਗੀਆਂ ਤੇ ਆਮ ਲੋਕ ਆਪਦੀਆਂ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਦੇ ਰਹਿਣਗੇ। ਜਿਸ ਤਰ੍ਹਾਂ ਅੱਜ ਸੰਘਰਸ਼ ਚੱਲ ਰਿਹਾ,
ਲੋਕਤੰਤਰਕ ਅਤੇ ਸ਼ਾਂਤਮਈ ਢੰਗ ਨਾਲ ਇਹ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਇਹ ਜਥੇਬੰਦੀਆਂ ਨੇ ਤੇ ਬਾਕੀ ਇਹਨਾਂ ਦੇ ਸਹਿਯੋਗ ਕਰ ਰਹੀਆਂ ਜਥੇਬੰਦੀਆਂ ਇਹਨੂੰ ਇਸੇ ਢੰਗ ਨਾਲ ਚਲਾਉਣਗੀਆਂ ਤਾਂ ਇਹਦੇ ਵਿੱਚੋਂ ਕੋਈ ਵੀ ਕੁਝ ਮਾੜਾ ਨਿਕਲਦਾ ਦਿਖਾਈ ਨਹੀਂ 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 ਦਿੰਦਾ ਨਹੀਂ ਹੈਗਾ। ਡਾਕਟਰ ਸਾਹਿਬ ਜਿਵੇਂ ਕੱਲ ਉਗਰਾਹਾਂ ਵਾਲੀ ਸਟੇਜ ਦੇ ਉੱਤੇ ਮਨੁੱਖੀ ਅਧਿਕਾਰ ਹਾਂਜੀ। ਦਿਨ ਦੇ ਮੌਕੇ ਤੇ ਕੁਝ ਲੋਕ ਜਿਹੜੇ ਦੇਸ਼ ਪੱਧਰ ਦੇ ਉੱਤੇ ਸਰਕਾਰ ਨਾਲ ਮੱਥਾ ਲਾ ਕੇ ਬੈਠੇ ਸੀ, ਉਹਨਾਂ ਦੀਆਂ ਤਖਤੀਆਂ, ਉਹਨਾਂ ਦੇ ਪੋਸਟਰ ਸਾਹਮਣੇ ਦਿਖਾਏ ਗਏ। ਉਹੀ ਪੋਸਟਰ ਅੱਜ ਖੇਤੀ ਮੰਤਰੀ ਦਿਖਾ ਰਹੇ ਸੀ ਮੀਡੀਆ ਨੂੰ। ਇਹੀ ਨੈਸ਼ਨਲ ਮੀਡੀਆ ਜਿਹਨੂੰ ਤੁਸੀਂ ਕਈ ਨਾਂ ਦਿੰਦੇ ਹੋ, ਉਹੀ ਮੀਡੀਆ ਲਗਾਤਾਰ ਸਵੇਰ ਦਾ ਦਿਖਾ ਰਿਹਾ ਕਿ ਆਹ ਦੇਖੋ ਜੀ, ਇਹ ਅੰਦੋਲਨ ਤਾਂ ਹਾਈਜੈਕ ਹੋ ਗਿਆ, ਕਿਸਾਨ ਥੋੜ੍ਹੀ ਨੇ, ਇਹ ਤਾਂ ਜਿਹੜੇ ਰਾਸ਼ਟਰ ਵਿਰੋਧੀ ਨੇ ਉਹ ਨੇ। ਸੋ ਕਈ ਚੀਜ਼ਾਂ ਐਸੀਆਂ ਜਿੱਥੇ ਸਾਨੂੰ ਡਿਸਪਲਿਨ ਦੀ ਵੀ ਲੋੜ ਆ। ਤੁਹਾਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੇ ਸਰਬਰਾ ਇਹ ਸਮਰੱਥ ਇੰਨੇ ਹੈਗੇ ਆ ਕਿ ਇੰਨੇ ਵੇਗ ਨੂੰ, ਇੰਨੇ ਜਜ਼ਬਾਤਾਂ ਦੇ ਉਛਾਲ ਨੂੰ ਕੰਟਰੋਲ ਕਰ ਸਕਣਗੇ, ਡਿਸਪਲਿਨ ਰਹੂਗਾ? ਇਹ ਰੰਧਾਵਾ ਸਾਹਿਬ, ਜਿਵੇਂ ਆਪਾਂ ਦੇਖ ਰਹੇ ਹਾਂ ਸਾਰਾ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਬਹੁਤ ਹੀ ਨਿਮਰਤਾ ਨਾਲ, ਮਿਹਨਤ ਨਾਲ, ਹੱਥ ਜੋੜ ਕੇ ਜਿਹੜਾ ਕੋਈ ਇਸ ਤਰ੍ਹਾਂ ਅੰਸ਼ ਆਉਂਦਾ ਉੱਥੇ ਜਾਂ ਇਸ ਤਰ੍ਹਾਂ ਦਾ ਕੋਈ ਗੱਲ ਕਰਦਾ ਹੈ, ਉਹਨੂੰ ਜਿਹੜਾ ਹੈਗਾ ਪਰੇ ਹਟਾ ਰਹੇ ਨੇ। ਤੇ ਨਾਲ ਇਹ ਹੈ ਕਿ ਆਪਦਾ ਡਿਸਪਲਿਨ ਵੀ ਵਧਾ ਰਿਹਾ ਕਿ ਜੇ ਇੱਕ ਵਾਰੀ ਕੋਈ ਛੋਟੀ ਮੋਟੀ ਗਲਤੀ ਹੁੰਦੀ ਹੈ ਤਾਂ ਮੁੜ ਕੇ ਉਹ ਗਲਤੀ ਦੁਬਾਰਾ ਨਾ ਹੋਵੇ। ਜਿਹੜੀ ਇਸ ਤਰ੍ਹਾਂ ਦੀ ਗੱਲ ਹੈ, ਕੋਈ ਵੀ ਅੱਤਵਾਦ ਵਾਲੀ ਗੱਲ ਹੈ ਜਿਹੜੀ, ਉਹਨੂੰ ਕੋਈ ਵੀ ਬੰਦਾ ਚੰਗਾ ਨਹੀਂ ਸਮਝੂਗਾ। ਇਹ ਦੇਸ਼ ਸਾਡਾ ਜਿਹੜਾ ਹੈਗਾ, ਦੇਸ਼ ਦੇ ਵਿੱਚ ਰਹਿਣਾ ਤੇ ਉੱਥੇ ਹੀ ਸੰਘੀ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਇਹ ਪੰਜਾਬ ਦੀ ਹੋਂਦ ਵੀ ਬਚਾਉਣੀ ਹੈ, ਨਾਲ ਪੂਰੇ ਵਰਕਿੰਗ ਕਲਾਸ ਦੀ ਹੋਂਦ ਵੀ ਬਚਾਉਣੀ ਹੈ। ਸੋ ਮੈਨੂੰ ਤਾਂ ਇਹ ਲੱਗਦਾ ਕਿ ਜੇ ਕੋਈ ਮਾੜਾ ਮੋਟਾ ਆਉਂਦਾ ਹੈ ਉਹਨੂੰ ਕੰਟਰੋਲ ਕਰਨ ਵਾਲੇ ਬਹੁਤ ਹੈ। ਜੇ ਇੱਕ ਗਲਤੀ ਕਰ ਲੈਂਦਾ ਤਾਂ ਉਹਨੂੰ ਸਮਝਾਉਣ ਵਾਲੇ, ਉਹਨੂੰ ਕੰਟਰੋਲ ਕਰਨ ਵਾਲੇ ਬਹੁਤ ਦਿਖਾਈ ਦੇ ਰਹੇ ਨੇ। ਡਾਕਟਰ ਐਸਪੀ ਸਿੰਘ, ਜਿਹੜੀ ਸਟੇਟ ਨਾਲ ਲੜਾਈ ਹੁੰਦੀ ਹੈ, ਇਹ ਕੋਈ ਛੋਟੀ ਮੋਟੀ ਲੜਾਈ ਤਾਂ ਹੈ ਨਹੀਂ। ਤੁਹਾਨੂੰ ਲੱਗਦਾ ਉਹਨਾਂ ਕੋਲ ਸਾਧਨ ਬੜੇ ਨੇ, ਆਪਣਾ ਪੂਰੇ ਦਾ ਪੂਰਾ ਮੀਡੀਆ ਦਾ ਜਾਲ ਆ, ਉਹ ਹਮੇਸ਼ਾ ਕਿਸੇ ਵੀ ਅੰਦੋਲਨ ਨੂੰ ਮੀਡੀਆ ਦੀ ਹਾਈਕ ਜਾਂ ਉਸ ਤਰ੍ਹਾਂ ਦੇ ਰੌਲੇ ਰੱਪੇ ਦੇ ਵਿੱਚ ਦਬਾ ਲੈਂਦੇ ਰਹੇ ਆ। ਪਿਛਲੇ ਸਮੇਂ ਦਾ ਇਸ ਤਰ੍ਹਾਂ ਦਾ ਤਜਰਬਾ ਹੈ। ਇਸ ਵਾਰੀ ਜੇ ਸਾਡੇ ਤੇ ਇਸ ਤਰ੍ਹਾਂ ਦੇ ਹਮਲੇ ਹੋਣਗੇ, ਸਾਡੇ ਕੋਲ ਬਦਲਵੇਂ ਪ੍ਰਬੰਧ ਕੀ ਆ, ਸਾਡੀ ਰਣਨੀਤੀ ਕੀ ਹੋ ਸਕਦੀ ਆ ਜੇ ਗਵਰਨਮੈਂਟ ਪ੍ਰੋਪੇਗੈਂਡੇ ਤੇ ਆ ਜਾਏ? ਜਿਹੜੀ ਗੱਲ ਡਾਕਟਰ ਗਿਆਨ ਸਿੰਘ ਨੇ ਕਹੀ ਹੈ, ਇਹ ਜਿਹੜੀ ਸਕਾਰਾਤਮਕ ਸੋਚ ਦਾ ਜਿਹੜਾ ਬੜਾ ਵੱਡਾ ਜਿਹੜਾ ਉਹ ਨਤੀਜਾ। ਪਰ ਦੂਜੇ ਪਾਸੇ ਇਹ ਵੀ ਮੰਨਣਾ ਚਾਹੀਦਾ ਹੈ ਕਿ ਦੂਜੇ ਪਾਸੇ ਜਿਹੜੀਆਂ ਸ਼ਕਤੀਆਂ ਨੇ ਉਹ ਲਗਾਤਾਰ ਕੋਈ ਨਾ ਕੁਝ ਜਿਹੜੀਆਂ ਨੇ ਉਹ ਸਾਜ਼ਿਸ਼ਾਂ ਜਿਹੜੀਆਂ ਨੇ ਕਰ ਰਹੀਆਂ ਨੇ। ਉਦਾਹਰਨ ਦੇ ਤੌਰ ਤੇ ਜਿਹੜੀ ਇਹ ਸਾਰੀਆਂ ਜਥੇਬੰਦੀਆਂ ਚੋਂ ਚੁਣ ਕੇ ਅਮਿਤ ਸ਼ਾਹ ਨੇ ਕੁਝ ਜਥੇਬੰਦੀਆਂ ਨੂੰ ਬੁਲਾ ਲਿਆ ਜੀ, ਉਹ ਚ ਉਗਰਾਹ ਦੂਜਿਆਂ ਨੂੰ ਛੱਡ ਦਿੱਤਾ ਔਰ ਇਹ ਜਥੇਬੰਦੀਆਂ ਚਲੀਆਂ ਗਈਆਂ। ਉਹ ਵੱਖਰੀ ਗੱਲ ਹੈ ਕਿ ਕੋਈ ਉੱਥੇ ਗੱਲ ਸਿਰੇ ਨਹੀਂ ਲੱਗੀ ਤੇ ਫਿਰ ਦੁਬਾਰਾ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਨਹੀਂ ਤੇ ਉਹ ਇੱਕ ਸਟੈਪ ਬਣ ਗਿਆ ਸੀ ਜਿਸ ਵੇਲੇ ਉਗਰਾਹ ਵੀ ਔਰ ਦੂਜੀਆਂ ਜਿਹੜੀਆਂ ਕਈ ਜਥੇਬੰਦੀਆਂ ਜਿਹੜੀਆਂ ਸਨ ਉਹ ਬੋਲਣ ਲੱਗ ਪਈਆਂ ਸਨ। ਸੋ ਸਰਕਾਰ ਦੀਆਂ ਸਾਜ਼ਿਸ਼ਾਂ ਔਰ ਸਟੇਟ ਦੀ ਜਿਹੜੀ ਹੈ ਸਟਰੈਂਥ ਜਿਹੜੀ ਹੈ ਉਹਨੂੰ ਤੋੜਿਆ ਜਾ ਸਕਦਾ ਹੈ, ਉਹਨੂੰ ਝੁਕਾਇਆ ਜਾ ਸਕਦਾ ਹੈ, ਉਹਨੂੰ ਹਮੇਸ਼ਾ ਲਈ ਖਤਮ ਨਹੀਂ ਕੀਤਾ ਜਾ ਸਕਦਾ। ਔਰ ਇਹ ਮੀਡੀਆ ਜਿਹੜਾ ਕਦੀ ਸਾਨੂੰ ਸ਼ੁਰੂ ਤੋਂ ਵੀ ਗੱਲ ਖਾਲਿਸਤਾਨੀ ਤੋਂ ਗੱਲ ਸ਼ੁਰੂ ਹੋਈ, ਅਸੀਂ ਉਹਨੂੰ ਬਚਾ ਲਿਆ। ਵੱਖਵਾਦੀ ਗੱਲਾਂ ਹੋਈਆਂ, ਉਹਨੂੰ ਅਸੀਂ ਬਚਾ ਲਿਆ। ਔਰ ਉਸ ਦੇ ਵਿੱਚ ਫਿਰ ਵੀ ਜਿਹੜਾ ਆਮ ਮੁਹਾਰਾ ਜਿਹੜੀ ਲੋਕਾਂ 'ਚ ਜੋਸ਼ ਔਰ ਲਹਿਰ ਹੈ, ਇਹ ਗੱਲ ਨਿਰਸੰਦੇਹ ਮੰਨ ਕੇ ਚੱਲੋ ਕਿ ਲਹਿਰ ਜਿਹੜੀ ਹੈ ਇਹ ਲਹਿਰ ਸਮੁੱਚੇ ਭਾਰਤ ਦਾ ਪ੍ਰਭਾਵ, ਸਮੁੱਚੇ ਭਾਰਤ ਤੇ ਪ੍ਰਭਾਵ ਛੱਡ ਰਹੀ ਹੈ ਜੀ। ਲੇਕਿਨ ਲਹਿਰ ਇਹ ਪੰਜਾਬ ਦੀ ਹੈ ਔਰ ਜਿਸ ਵੇਲੇ ਪੰਜਾਬ ਦੀ ਲਹਿਰ ਕਰਨੇ ਆ ਤੇ ਇਹ ਸਿੱਖੀ ਲਹਿਰ ਵੀ ਨਾਲ ਜਿਹੜੀ ਹੈ ਉਹ ਬਣਦੀ ਹੈ। ਸਾਰੇ ਦਸਤਾਰਾਂ ਵਾਲੇ ਹੀ ਨੇ। ਹਾਂਜੀ, ਨਹੀਂ, ਜਦੋਂ ਗੱਲ ਕੋਈ ਵੀ ਕਰੇ ਤਾਂ ਬੋਲੇ ਸੋ ਨਿਹਾਲ ਤੋਂ ਗੱਲ ਸ਼ੁਰੂ ਕਰਦਾ ਜੀ। ਤੇ ਇਹ ਸਰਕਾਰ ਜਿਹੜੀ ਹੈ ਉਹਦੇ ਤੋਂ ਇਹ ਸਾਰੀਆਂ ਗੱਲਾਂ ਤੋਂ ਬਚਣ ਦੀ ਪੂਰੀ ਲੀਡਰਸ਼ਿਪ ਸਕਸੈਸਫੁਲ ਹੈ ਹੁਣ ਤੱਕ ਜੀ। ਲੇਕਿਨ ਲੜਾਈ ਲੰਬੀ ਹੋਣੀ ਹੈ। ਲੰਬੀ ਲੜਾਈ ਦੇ ਵਿੱਚ ਕਈ ਸ਼ਕਤੀਆਂ ਜਿਹੜੀਆਂ ਨੇ ਉਹ ਅਜਿਹੀਆਂ ਵਿੱਚ ਪ੍ਰਵੇਸ਼ ਨਾ ਕਰ ਜਾਣ, ਉਹਨੂੰ ਜੇ ਸਕਸੈਸਫੁਲੀ ਅਖੀਰ ਤੱਕ ਰੋਕ ਲੈਣ ਤਾਂ ਬੜੀ ਵੱਡੀ ਜਿਹੜੀ ਹੈ ਪ੍ਰਾਪਤੀ ਹੋਏਗੀ। ਸ਼ਾਇਦ ਦੁਨੀਆ ਦੇ ਇਤਿਹਾਸ ਵਿੱਚ ਇੱਕ ਨਵਾਂ ਜਿਹੜਾ ਇਤਿਹਾਸ ਹੀ ਨਵਾਂ ਸਿਰਜਿਆ ਜਾਏਗਾ। ਅਸੀਂ ਇਹ ਗੱਲ ਚਾਹੁੰਦੇ ਹਾਂ ਕਿ ਨਵਾਂ ਇਤਿਹਾਸ ਸਿਰਜਿਆ ਜਾਏ ਔਰ ਕਿਸਾਨੀ ਦੇ ਹੱਕ ਲਈ ਹਮੇਸ਼ਾ ਲਈ ਪੂਰਾ ਜਿਹੜਾ ਮੁਹਾਰ ਜਿਹੜੀ ਹੈ ਕਾਰਪੋਰੇਟ ਸੈਕਟਰ, ਪ੍ਰਾਈਵੇਟ ਸੈਕਟਰ ਤੋਂ ਟੁੱਟ ਕੇ ਉਹ ਜਿਹੜੀ ਹੈ ਲੋਕ ਪੱਖੀ ਜਿਹੜੀ ਹੈ ਉਹ ਬਣ ਜਾਏ। ਪਰ ਦੁਨੀਆ ਦੀ ਇਕਨੋਮਿਕ ਸਥਿਤੀ ਔਰ ਟੋਟਲ ਜਿਹੜੀ ਹੈ ਬਾਕੀ ਜਿਹੜੀ ਹੈ ਉਹ ਇੰਡਸਟਰੀਅਲ ਔਰ ਦੂਜੀਆਂ ਜਿਹੜੀਆਂ ਸਾਰੀਆਂ ਪਾਲਿਸੀਜ਼ ਔਰ ਜਿਹੜੀ ਹੈ ਉਹ IMF ਔਰ ਦੂਜੇ ਜਿਹੜੇ ਨੇ ਵਰਲਡ ਬੈਂਕ ਦੇ ਜਿਹੜੇ ਅਸੀਂ ਪ੍ਰਭਾਵ ਦੇ ਵਿੱਚ ਚੱਲਦੇ ਹਾਂ। ਹੁਣ ਤੇ ਅਸੀਂ ਅਮਰੀਕਾ ਦੇ ਪ੍ਰਭਾਵ ਵਿੱਚ ਵੀ ਜਿਹੜੀ ਹੈ ਉਹ ਡਾਕਟਰ ਮਨਮੋਹਨ ਸਿੰਘ ਤੋਂ ਇਹ ਜਿਹੜੀ ਹੈ ਪ੍ਰਭਾਵ ਕਬੂਲ ਕਰਕੇ ਅਸੀਂ ਲਿਬਰਲ ਪਾਲਿਸੀ ਦੇ ਨਾਂ ਥੱਲੇ ਸ਼ੁਰੂ ਹੋਏ ਹਾਂ। ਇਹਨਾਂ ਗੱਲਾਂ ਨੂੰ ਵੀ ਸਾਹਮਣੇ ਰੱਖ ਕੇ ਨਿਰੀ ਕਿਸਾਨੀ ਨੂੰ ਅਸੀਂ ਕਾਰਪੋਰੇਟ ਸੈਕਟਰ ਤੋਂ ਡਿਲਿਊਟ ਤੇ ਕਰ ਸਕਨੇ ਹਾਂ, ਕਾਰਪੋਰੇਟ ਸੈਕਟਰ ਨੂੰ ਘਾਟੇ 'ਚ ਪਾ ਕੇ ਭਜਾ ਸਕਨੇ ਹਾਂ। ਲੇਕਿਨ ਉਹਨਾਂ ਦੇ ਪ੍ਰਭਾਵ ਜਿਹੜੇ ਨੇ ਉਹਨਾਂ ਤੋਂ ਮੁਕਤ ਵੀ ਨਹੀਂ ਹੋ ਸਕਦਾ। ਜੇਕਰ ਤੁਸੀਂ ਪਹਿਲੀਆਂ ਇੰਟਰਵਿਊ ਦੇ ਵਿੱਚ
ਆਪਣਾ ਦੇਖੋਗੇ ਰਾਜੇਵਾਲ ਉਹਨਾਂ ਦੀ, ਤੇ ਉਹਨਾਂ ਨੇ ਦੱਸਿਆ ਸੀ ਕਿ 2016 ਦੇ ਵਿੱਚ ਪਹਿਲੀ ਮੀਟਿੰਗ ਜਿਹੜੀ ਸੀ ਉਹ ਸ਼ੁਰੂ ਹੋ ਗਈ ਸੀ, ਜਿਹਦੇ ਵਿੱਚ ਕਾਰਪੋਰੇਟ ਸੈਕਟਰ ਦੀ ਐਂਟਰੀ ਦੀਆਂ ਤਿਆਰੀਆਂ ਜਿਹੜੀਆਂ ਸਨ ਉਹ ਚੱਲ ਪਈਆਂ ਸਨ, ਔਰ ਉੱਥੇ ਉਹਨਾਂ ਨੇ ਵੀ ਬੜਾ ਪੂਰੇ ਜ਼ੋਰ ਨਾਲ ਉਹਨੂੰ ਰੋਕਿਆ। ਸੋ ਅੱਜ ਜਿਹੜੀ ਹੈ ਸਾਡੀ ਜਿੱਤ ਇਹ ਮੰਨੀ ਜਾਏਗੀ ਜੇਕਰ ਅਸੀਂ ਕਾਰਪੋਰੇਟ ਸੈਕਟਰ ਦੀ ਐਂਟਰੀ ਨੂੰ, ਪ੍ਰਾਈਵੇਟ ਸੈਕਟਰ ਦੀ ਜਿਹੜੀ ਹੈ ਉਹ ਐਂਟਰੀ ਨੂੰ ਰੋਕ ਕੇ ਮੰਡੀਕਰਨ ਔਰ ਦੂਜੇ 'ਚ ਜਾਂ ਸਰਕਾਰੀ ਤੇ ਜਾਂ ਕਿਸਾਨ ਜਿਹੜੇ ਨੇ ਉਹਨਾਂ ਦਾ ਜਿਹੜਾ ਉਹਦੇ 'ਚ ਰੋਲ ਜਿਹੜਾ ਉਹ ਬਣੇ, ਤੇ ਇਹ ਬੜੀ ਵੱਡੀ ਪ੍ਰਾਪਤੀ ਹੋਏਗੀ। ਬਾਕੀ ਗੱਲਾਂ ਜਿਹੜੀਆਂ ਨੇ ਉਹ ਨਾਲ ਜਿਹੜੀਆਂ ਨੇ ਆਪੇ ਜੁੜ ਜਾਣੀਆਂ। ਜੇ ਤੁਸੀਂ ਕਹਿੰਦੇ ਹੋ ਕਿ ਚਿੱਚੜ ਮਰ ਜਾਂਦੇ ਨੇ, ਜੇ ਮੱਝ ਮਰ ਜਾਏ, ਮੱਝ ਮਰ ਜਾਏ ਚੜਾਪੇ ਮਰ ਜਾਣਗੇ। ਇਹ ਪੰਜਾਬੀ ਪਿਓਰ ਪੰਜਾਬੀ ਤਾਂ ਜਿਹੜੀ ਇਹਨਾਂ ਐਕਟ ਦੀ ਸਪਿਰਿਟ ਹੈ, ਜਿਹੜੀ ਪ੍ਰੋ ਕਾਰਪੋਰੇਟ ਹੈ ਔਰ ਪ੍ਰੋ ਪ੍ਰਾਈਵੇਟ ਹੈ ਔਰ ਐਂਟੀ ਫਾਰਮਰ ਹੈ, ਉਹ ਐਕਟ ਦੀ ਅਮੈਂਡਮੈਂਟ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਉਹ ਸਪਿਰਿਟ ਨੂੰ ਮਾਰਿਆ ਜਾਏ। ਸਪਿਰਿਟ ਨੂੰ ਜਦੋਂ ਮਾਰ ਲਵਾਂਗੇ ਤੇ ਸਾਰੀਆਂ ਪਾਲਿਸੀਜ਼ ਆਪੇ ਬਦਲ ਜਾਣਗੀਆਂ, ਅਮੈਂਡਮੈਂਟ ਤੋਂ ਛੱਡ ਕੇ ਹੋਰ ਵੀ ਗੱਲਾਂ ਵਿੱਚ ਐਡ ਹੋ ਜਾਣਗੀਆਂ। ਡਾਕਟਰ ਸਾਹਿਬ ਤੁਸੀਂ ਬਹੁਤ ਪਿਆਰੀ ਗੱਲ ਕੀਤੀ। ਸਾਡੇ ਪਿੰਡਾਂ ਦੀ ਬੋਲੀ ਹੈ ਨਾ ਇਹ ਕਿ ਜੇ ਝੋਟਾ ਮਰ ਜੇ ਤੇ ਚਮਜੂਆਂ ਆਪੇ ਮਰ ਜਾਂਦੀਆਂ। ਰੰਧਾਵਾ ਸਾਹਿਬ ਗੱਲ ਇਹ ਹੈਗੀ ਕਿ ਜਿਹੜਾ ਸਾਡਾ ਆਰਥਿਕ ਇਤਿਹਾਸ ਹੈ ਉਹਨੂੰ ਦੇਖਣਾ ਪਊਗਾ। ਇਹ ਸਾਡੀ ਯੋਜਨਾਬੰਦੀ ਦਾ ਪੀਰੀਅਡ ਹੈਗਾ 1951 ਤੋਂ 80 ਤੱਕ। ਉਹਦੇ ਵਿੱਚ ਦੇਸ਼ 'ਚ ਆਰਥਿਕ ਸਮਾਨਤਾਵਾਂ ਘਟੀਆਂ ਨੇ, ਸਾਡਾ ਜਨਤਕ ਖੇਤਰ ਵਧਿਆ, ਜਿਹੜਾ ਨਿੱਜੀ ਖੇਤਰ ਹੈ ਉਹਦੇ ਨੱਥ ਪਾਈ ਗਈ ਹੈ, ਨਿਯੰਤਰਣ ਕੀਤਾ ਗਿਆ। ਜਿਹੜਾ ਇਹ ਅੱਜ ਚੱਲ ਰਹੀ ਐਜੀਟੇਸ਼ਨ ਹੈ, ਇਹਦੇ ਨਾਲ ਜੇ ਕਿਸੇ ਚੁਟਕੀ ਦੇ ਵਿੱਚ ਕਾਰਪੋਰੇਸ਼ਨਾਂ ਖਤਮ ਹੋ ਜਾਣਗੀਆਂ ਜਾਂ ਕਾਰਪੋਰੇਟ ਅਦਾਰੇ ਖਤਮ ਹੋ ਜਾਣਗੇ, ਸ਼ਾਇਦ ਉਹ ਠੀਕ ਨਹੀਂ ਹੈਗਾ। ਕਿਉਂਕਿ ਸਾਨੂੰ ਇਹਦੇ ਲਈ ਜਨਤਕ ਅਦਾਰੇ ਖੜੇ ਕਰਨੇ ਪੈਣਗੇ, ਕੋਆਪਰੇਟਿਵ ਅਦਾਰੇ ਖੜੇ ਕਰਨੇ ਪੈਣਗੇ, ਤੇ ਬਾਕੀ ਗੱਲ ਜਿਹੜੀ ਇਨਵੈਸਟਮੈਂਟ ਉਹ ਤਾਂ ਸਰ ਜਦੋਂ ਪਹਿਲਾਂ ਹੀ ਮਰ ਗਏ ਉਹ ਅਦਾਰੇ, ਕਾਰਪੋਰੇਟ ਸੈਕਟਰ, ਜਿਹੜੇ ਕੋਆਪਰੇਟਿਵ ਸੈਕਟਰ ਔਰ ਸਰਕਾਰੀ ਖੇਤਰ ਸਾਡਾ ਮਰਿਆ ਪਿਆ। ਲੇਕਿਨ ਜਿਹੜਾ ਮੇਰਾ ਸਵਾਲ ਸਰ ਇਹ ਹੈ ਕਿ ਜਿਹੜੀ ਵੀ ਸਰਕਾਰ ਆਈ ਪਿਛਲੇ 20 ਸਾਲਾਂ ਤੋਂ ਪੰਜਾਬ 'ਚ, ਉਹ ਕਦੇ ਬੰਬੇ ਜਾ ਕੇ ਮੀਟਿੰਗ ਕਰਦੀ ਹੈ, ਕਦੇ ਗੁੜਗਾਉਂ ਕਰਦੀ, ਕਦੇ ਵਿਦੇਸ਼ ਵਿੱਚ ਕਰਦੀ ਹੈ ਕਿ ਆ ਜਾਓ ਸਾਡੇ ਕੋਲ ਮਾਹੌਲ ਬੜਾ ਸਾਜ਼ਗਾਰ ਆ, ਤੁਸੀਂ ਇਨਵੈਸਟਮੈਂਟ ਕਰੋ। ਅੱਜ ਜਦੋਂ ਪੂਰੇ ਦਾ ਪੂਰਾ ਵਾਤਾਵਰਨ ਹੀ ਪੰਜਾਬ ਦੇ ਵਿੱਚ ਇਹਦੇ ਖਿਲਾਫ ਹੋ ਗਿਆ, ਤੇ ਕੱਲ੍ਹ ਨੂੰ ਅਸੀਂ ਕਿਸ ਤਰੀਕੇ ਨਾਲ ਆਸ ਕਰ ਸਕਦੇ ਹਾਂ ਕਿ ਸਾਡੇ ਇੱਥੇ ਪੂੰਜੀ ਨਿਵੇਸ਼ ਹੋਵੇ? ਪੂੰਜੀ ਨਿਵੇਸ਼ ਬਿਨਾਂ ਗੁਜ਼ਾਰਾ ਕਿਵੇਂ ਹੋਊ ਜਦੋਂ ਰੇਲਵੇ ਤੋਂ ਏਅਰਵੇਜ਼ ਤੱਕ ਸਭ ਕੁਝ ਜਿਹੜਾ ਪ੍ਰਾਈਵੇਟ ਖੇਤਰ ਨੂੰ ਜਾ ਰਿਹਾ, ਤੇ ਪੰਜਾਬ ਕੰਧ ਢਾਹ ਕੇ ਤਾਂ ਨਹੀਂ ਖਲੋ ਸਕਦਾ ਨਾ। ਰੰਧਾਵਾ ਸਾਹਿਬ ਮੈਂ ਇਹਦੀ ਗੱਲ ਕਰਨੀ ਚਾਹਾਂਗਾ ਪਹਿਲਾਂ ਹੀ ਕਿ ਜਿਹੜਾ ਤੁਹਾਡਾ ਇਹ ਪ੍ਰੈਮਿਸਿਸ ਹੈ ਨਾ, ਇਹ ਕੋਈ ਬਹੁਤਾ ਜ਼ਿਆਦਾ ਕਨਵਿੰਸਿੰਗ ਨਹੀਂ। ਅਸੀਂ ਇਹ ਸਮਝਦੇ ਹਾਂ ਕਿ ਕਾਰਪੋਰੇਟ ਔਰ ਪ੍ਰਾਈਵੇਟ ਸੈਕਟਰ ਜਿਹੜਾ ਹੈ ਉਹ ਐਗਰੀਕਲਚਰ ਸੈਕਟਰ 'ਚ ਐਂਟਰ ਨਾ ਕਰੇ, ਔਰ ਉਹਨੂੰ ਰੋਕਣਾ ਜਿਹੜਾ ਹੈ ਉਹ ਪੰਜਾਬ ਦੇ ਵਿਕਾਸ ਲਈ ਔਰ ਭਾਰਤ ਦੇ ਵਿਕਾਸ ਲਈ ਜ਼ਿਆਦਾ ਇੰਪੋਰਟੈਂਟ ਹੈ। ਕਿਉਂਕਿ ਜੇਕਰ ਫੂਡ ਔਰ ਫਾਰਮਿੰਗ ਜਿਹੜੀ ਹੈ ਇਹ ਕਾਰਪੋਰੇਟ ਸੈਕਟਰ ਲੈ ਜਾਏਗਾ ਤੇ ਇਹ ਜਿਹੜੀ ਹੈ ਇੱਥੇ ਸਾਰੇ ਦਾ ਸਾਰਾ ਜਿਹੜਾ ਉਜਾੜਾ ਹੋ ਜਾਏਗਾ। ਸੋ ਜਿੱਥੋਂ ਤੱਕ ਇਹ ਗੱਲ ਹੈ ਕਿ ਕਾਰਪੋਰੇਟ ਸੈਕਟਰ ਦੀ ਵਿਰੋਧ ਜਿਹੜਾ ਹੈ, ਜਿੱਥੋਂ ਤੱਕ ਵਿਰੋਧ ਹੈ ਕਿ ਇਹਨਾਂ ਦੀਆਂ ਸ਼ੋਰ ਨੂੰ, ਇਹਨਾਂ ਗੱਲਾਂ ਨੂੰ ਵਿਰੋਧ ਕਰੋ, ਰਿਲਾਇੰਸ ਵਾਲਿਆਂ ਨੂੰ ਜਾਂ ਅਡਾਨੀ ਵਾਲਿਆਂ ਨੂੰ, ਉਹਦਾ ਮਤਲਬ ਹੁੰਦਾ ਹੈ ਕਿ ਸਿੰਬੋਲਿਕ ਲੜਾਈ ਵੀ ਕਰ ਦਿੰਦੀ ਹੈ। ਇਹ ਲੜਾਈ ਜਿਹੜੀ ਹੈ ਕਾਰਪੋਰੇਟ ਸੈਕਟਰ ਨੂੰ ਸੇਕ ਪਹੁੰਚਾਉਣ ਲਈ ਹੈ ਕਿ ਜੇ ਤੁਸੀਂ ਬਹੁਤੇ ਨਾ ਕਾਬੂ ਆਏ ਤਾਂ ਤੁਹਾਨੂੰ ਕਈ ਤਰ੍ਹਾਂ ਦਾ ਜਿਹੜਾ ਉਹ ਨੁਕਸਾਨ ਦਾ ਸਾਹਮਣਾ ਕਰਨਾ ਪੈ ਜਾਏਗਾ। ਉਹ ਗੱਲ ਹੋਏਗੀ ਜਿਹੜੀ ਕਿਊਬਾ ਦੇ ਵਿੱਚ ਹੋਈ ਹੈ। ਅਮਰੀਕਾ ਦੇ ਸਾਰੀ ਇਕੋਨਮੀ ਦੇ ਸਿਸਟਮ ਤੋਂ ਟੁੱਟ ਕੇ ਫੀਡਲ ਕਾਸਟਰੋ ਨੇ ਜਿਹੜਾ ਇੱਕ ਵੱਖਰਾ ਜਿਹੜਾ ਸਿਸਟਮ ਉਭਾਰ ਕੇ ਇੱਕ ਅਲਟਰਨੇਟਿਵ ਜਿਹੜਾ ਸੀ ਦਿੱਤਾ ਸੀ। ਸੋ ਜੇਕਰ ਸਾਡੀ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਐਗਰੀਕਲਚਰ ਔਰ ਫੂਡ ਜਿਹੜੀ ਹੈ ਇਹਦੇ ਵਿੱਚ ਕਾਰਪੋਰੇਟ ਸੈਕਟਰ ਦੀ ਔਰ ਪ੍ਰਾਈਵੇਟ ਸੈਕਟਰ ਦੀ ਐਂਟਰੀ ਜਿਹੜੀ ਹੈ ਨਹੀਂ ਹੋਣੀ ਚਾਹੀਦੀ। ਗਵਰਨਮੈਂਟ ਦੀ ਡਾਇਰੈਕਟ ਔਰ ਇਨਡਾਇਰੈਕਟ ਫਾਰਮਿੰਗ ਨੂੰ ਜਿਹੜੀ ਹੈ ਸਪੋਰਟ ਹੋਣੀ ਚਾਹੀਦੀ ਹੈ, ਔਰ ਐਗਰੀਕਲਚਰ ਜਿਹੜੀ ਹੈ ਟੈਕਨੋਲੋਜੀ ਦੀ ਡਿਵੈਲਪਮੈਂਟ ਦੇ ਵਿੱਚ ਵੀ ਜੇਕਰ ਕਿਸੇ ਜ਼ਮਾਨੇ ਦੇ ਵਿੱਚ ਅਸੀਂ ਐਗਰੀਕਲਚਰ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਸਨ, ਇਹਨਾਂ ਕੰਮਾਂ ਲਈ ਜਿਹੜੀਆਂ ਸਨ ਕੀਤੀਆਂ ਸਨ। ਡਾਕਟਰ ਗਿਆਨ ਸਿੰਘ, ਜਾਂਦੇ ਕਿਉਂਕਿ ਇਹ ਵਿਸ਼ਾ ਜਿਸ ਪਾਸੇ ਨੂੰ ਚਲੇ ਗਿਆ, ਮੈਨੂੰ ਲੱਗਦਾ ਹੈ ਕਿ ਇਹਦੇ ਤੇ ਤੁਹਾਡੀ ਟਿੱਪਣੀ ਬੜੀ ਸਟੀਕ ਤੇ ਜਾਇਜ਼ ਹੋਊਗੀ। ਰੰਧਾਵਾ ਸਾਹਿਬ ਗੱਲ ਇਹ ਲੱਗਦੀ ਹੈ ਕਿ ਜਿਹੜਾ ਕੁਛ ਡਾਕਟਰ ਐਸਪੀ ਸਿੰਘ ਉਹਨਾਂ ਨੇ ਕਿਹਾ, ਜਿਹੜਾ ਪਹਿਲਾ ਪੱਖ ਸੀ ਉਹ 'ਚ ਇਹ ਹੈ ਕਿ ਅੱਜ ਸਾਨੂੰ ਸਭ ਤੋਂ ਵੱਡੀ ਗੱਲ ਹੈ ਕਿ ਜ਼ਮੀਨ ਬਚਾਉਣ ਦੀ ਲੋੜ ਹੈਗੀ। ਉਹ ਜ਼ਰੂਰ ਹੈ ਜੇ ਇੱਕ ਵਾਰੀ ਕਾਰਪੋਰੇਸ਼ਨਾਂ ਨੂੰ ਅਲਾਉ ਕਰ ਦਿੱਤਾ ਜਾਂਦਾ ਕਿਸੇ ਵੀ ਐਕਟ ਦੇ ਵਿੱਚ, ਸਿਰਫ ਮੰਡੀ ਤੱਕ ਕਰ ਦਿੱਤਾ ਜਾਂਦਾ, ਉਹਦੇ ਨਾਲ ਉਜਾੜਾ ਹੋਊਗਾ ਹੀ ਹੋਊਗਾ। ਤੇ ਉਦੋਂ ਬਾਅਦ ਫਿਰ ਇਹ ਕਿੱਥੇ ਜਾਣਗੇ? ਸਾਡਾ ਉਦਯੋਗਿਕ ਵਿਕਾਸ ਇਸ ਤਰ੍ਹਾਂ ਦਾ ਹੈ ਕਿ ਉੱਥੇ ਇੰਪਲਾਇਮੈਂਟ ਗਰੋਥ ਰੇਟ ਨੈਗੇਟਿਵ ਹੈ। ਇਹ ਸਰਵਿਸ ਸੈਕਟਰ 'ਚ ਮਾੜਾ ਮੋਟਾ ਹੈ, ਉੱਥੇ ਸਾਨੂੰ ਇੰਪਲਾਇਮੈਂਟ ਮਿਲਣੀ ਨਹੀਂ ਹੈਗੀ। ਸੋ ਗੱਲ ਤਾਂ ਇਹ ਹੈਗੀ ਕਿ ਜਿਹੜਾ ਕੁਛ ਇਹ 'ਚੋਂ ਨਵਾਂ ਸਿਰਜਿਆ ਜਾ ਰਿਹਾ, ਜਿਵੇਂ ਸਹਿਕਾਰੀ ਖੇਤੀ ਹੈ ਜਾਂ
ਔਰਤਾਂ ਲਈ ਸਤਿਕਾਰ ਹੈ, ਨੌਜਵਾਨ ਪੀੜ੍ਹੀ ਲਈ ਬਣਦੀ ਥਾਂ ਦੇਣ ਦੀਆਂ ਗੱਲਾਂ ਨੇ, ਉਹ ਇੰਨੀਆਂ ਜ਼ਿਆਦਾ ਸਕਾਰਾਤਮਕ ਨੇ ਕਿ ਜਿੱਧਰ ਨੂੰ ਚੱਲ ਰਿਹਾ ਹੈ ਅਸੀਂ ਅੱਗੇ ਜਾਵਾਂਗੇ। ਜਿਹੜੀ ਗੱਲ ਤੁਸੀਂ ਕਰਦੇ ਹੋ ਇਨਵੈਸਟਮੈਂਟ ਵਾਲੀ, ਦੇਖੋ ਜਿਹੜੀ ਇਨਵੈਸਟਮੈਂਟ ਹੈ ਪੰਜਾਬ 'ਚ ਵੱਡਾ ਇੰਡਸਟਰੀਅਲ ਯੂਨਿਟ ਲੱਗ ਨਹੀਂ ਸਕਦੇ, ਜਿਹੜੀਆਂ ਜ਼ਮੀਨ ਦੀਆਂ ਕੀਮਤਾਂ ਨੇ ਜਾਂ ਹੋਰ ਹੈ। ਬਾਕੀ ਜਿਸ ਤਰ੍ਹਾਂ ਡਾਕਟਰ ਐਸ ਪੀ ਸਿੰਘ ਉਹਨਾਂ ਨੇ ਕਿਹਾ ਕਿ ਇੱਥੇ ਦੀ ਜਿਹੜੀ ਵੀ ਮੁਕਾਬਲਤਨ ਇਹ ਆਰਥਿਕ ਸਥਿਤੀ ਦੂਜਿਆਂ ਸੂਬਿਆਂ ਨਾਲੋਂ ਮਾੜੀ ਮੋਟੀ ਠੀਕ ਹੈ, ਪਰਚੇਜਿੰਗ ਪਾਵਰ ਅਪਰ ਮਿਡਲ ਇਨਕਮ ਗਰੁੱਪ ਕੋਲ ਜ਼ਿਆਦਾ ਹੈਗੀ, ਉਹਦੇ ਨਾਲ ਉਸ ਤਰ੍ਹਾਂ ਦਾ ਕੰਮ ਚੱਲਦਾ ਰਹਿਣਾ ਹੈਗਾ। ਗੱਲ ਤੇ ਕੁੱਲ ਮਿਲਾ ਕੇ ਇਹੀ ਹੈਗੀ ਕਿ ਦੇਸ਼ ਦੀ ਅਨਾਜ ਸੁਰੱਖਿਆ ਲਈ, ਦੇਸ਼ ਦੇ ਖੇਤੀ ਵਰਗ ਲਈ ਚੱਲ ਰਹੇ ਸੰਘਰਸ਼ ਨੂੰ ਲੋਕਤੰਤਰਕ ਅਤੇ ਸ਼ਾਂਤਮਈ ਢੰਗ ਨਾਲ ਚਲਾ ਕੇ ਅੱਗੇ ਲੈ ਜਾਈਏ। ਇਹ 'ਚ ਕਦੇ ਨਾ ਕਦੇ ਕੋਈ ਨਾ ਕੋਈ ਇਹ ਅਸਫਲਤਾ ਵੀ ਮਿਲਦੀ ਹੁੰਦੀ ਹੈ। ਜੀ ਤੇ ਜਿਹੜਾ ਹੈਗਾ ਓਲਡ ਮੈਨ ਐਂਡ ਦ ਸੀ ਜਿਹਤੇ ਨੋਬਲ ਪ੍ਰਾਈਜ਼ ਮਿਲਿਆ ਸੀ, ਉਹ 'ਚ ਜਿਹੜੀ ਸਫਲਤਾ ਹੈ ਉਹ ਸਿੰਬੋਲਿਕ ਹੈਗੀ। ਇਸ ਲਈ ਜੇ ਕਿਤੇ ਨਾ ਕਿਤੇ ਕੋਈ ਅਸਫਲਤਾ ਹੋਊਗੀ, ਸਫਲਤਾਵਾਂ ਇੰਨੀਆਂ ਹੋਣਗੀਆਂ ਕਿ ਉਹਦੇ ਨਾਲ ਕਿਰਤੀ ਸਮਾਜ ਸੁਖੀ ਰਹੂਗਾ। ਮੇਰਾ ਖਿਆਲ ਹੈ ਠੀਕ ਪਾਸੇ ਨੂੰ ਸਾਡਾ ਸਾਰਾ ਚੱਲ ਰਿਹਾ ਜੀ। ਡਾਕਟਰ ਸਾਹਿਬ ਬਹੁਤ ਮਿਹਰਬਾਨੀ, ਤੁਹਾਨੂੰ ਸਵੇਰੇ ਸਵੇਰੇ ਤਕਲੀਫ ਦਿੱਤੀ ਹੈ, ਬੜਾ ਜਲਦੀ ਹੈ ਤੁਹਾਡੀ ਉੱਧਰ। ਔਰ ਡਾਕਟਰ ਐਸ ਪੀ ਸਿੰਘ ਜੀ ਆਪ ਜੀ ਦਾ ਵੀ ਬਹੁਤ ਧੰਨਵਾਦ।